ਸਟਾਰਟਅਪ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਸਵਾਗਤ ਹੈ। ਇੱਕ ਵਾਰ ਫੇਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ ਸਟਾਰਟਅਪ ਦਾ। ਜਿਵੇਂ ਕਿ ਤੁਹਾਨੂੰ ਪਤਾ ਹੈ, ਸਟਾਰਟਅਪ ਦੇ ਵਿੱਚ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕੁਝ ਇਸ ਤਰ੍ਹਾਂ ਦੇ ਮੁੱਦਿਆਂ ਦੀ ਜਿਹੜੇ ਕਿ ਚਰਚਾ ਦੇ ਵਿੱਚ ਹੁੰਦੇ ਹਨ ਜਾਂ ਫਿਰ ਜਿਹੜੀ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ। ਅੱਜ ਵੀ ਕੁਝ ਇਸੇ ਤਰ੍ਹਾਂ ਦਾ ਹੀ ਮੁੱਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਇਹ ਹੈ ਜੀ ਕਨਫਿਊਜ਼ਨ, ਅਤੇ ਜਿਹਨੂੰ ਆਪਾਂ ਪੰਜਾਬੀ 'ਚ ਕਈ ਵਾਰੀ ਦੁਚਿੱਤੀ ਵੀ ਕਹਿ ਦਿੰਦੇ ਹਾਂ ਵੀ ਪਤਾ ਨਹੀਂ ਲੱਗਦਾ ਸਾਨੂੰ ਵੀ ਅਸੀਂ ਕੀ ਕਰੀਏ ਜਾਂ ਕੀ ਕਰਨਾ ਚਾਹੀਦਾ ਸਾਨੂੰ। ਕਈ ਵਾਰੀ ਸਾਨੂੰ ਇਹ ਲੱਗਦਾ ਵੀ ਜੇ ਆਹ ਕੰਮ ਕਰ ਲਈਏ ਤਾਂ ਇਹ ਚੰਗਾ ਹੈ, ਅਤੇ ਦੂਸਰੇ ਹੀ ਪਲ ਇਹ ਲੱਗਦਾ ਵੀ ਨਹੀਂ ਮੈਨੂੰ ਲੱਗਦਾ ਮੇਰਾ ਖਿਆਲ ਗਲਤ ਜਿਹੜਾ ਫੈਸਲਾ ਲੈ ਲਿਆ ਅਤੇ ਮੈਨੂੰ ਕੁਝ ਹੋਰ ਕਰਨਾ ਚਾਹੀਦਾ। ਸੋ ਖਾਸ ਕਰਕੇ ਪਿਛਲੇ 10-15 ਸਾਲਾਂ ਤੋਂ ਇਹ ਜਿਹੜਾ ਕਨਫਿਊਜ਼ਨ ਹੈ ਅਤੇ ਦੁਚਿੱਤੀ ਦਾ ਮਾਹੌਲ ਬੜਾ ਤੇਜ਼ੀ ਦੇ ਨਾਲ ਵੱਧ ਰਿਹਾ। ਅਤੇ ਪਿਛਲੇ 2 ਸਾਲਾਂ ਤੋਂ ਜਿਹੜਾ ਇਹ ਕੋਵਿਡ ਦਾ ਸਮਾਂ ਲੰਘਿਆ ਹੈ ਇਹਦੇ ਵਿੱਚ ਲਗਾਤਾਰ ਕਾਫੀ ਵਾਧਾ ਹੋਇਆ। ਖਾਸ ਕਰਕੇ ਜਿਹੜੀਆਂ ਜਨਰੇਸ਼ਨਸ ਨੇ, ਜੇ ਆਪਾਂ ਬੇਬੀ ਬੂਮਰਸ ਦੀ ਗੱਲ ਕਰੀਏ ਕੈਨੇਡਾ ਜਾਂ ਨਾਰਥ ਅਮਰੀਕਾ ਦੇ ਵਿੱਚ, ਅਤੇ ਜੇ ਮਿਲੀਨੀਅਲਸ ਨੇ ਉਹਨਾਂ ਦੀ ਗੱਲ ਕਰੀਏ, ਜਨਰੇਸ਼ਨ ਐਕਸ ਹੈ, ਜਨਰੇਸ਼ਨ ਜ਼ੈਡ ਹੈ, ਸਾਰਿਆਂ ਦੇ ਵਿੱਚ ਕਿਸੇ ਨਾ ਕਿਸੇ ਮਾਤਰਾ ਦੇ ਵਿੱਚ ਜਾਂ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹ ਜਿਹੜੀ ਕਨਫਿਊਜ਼ਨ ਦੇਖੀ ਜਾ ਰਹੀ ਹੈ। ਸੋ ਅੱਜ ਇਹਦੇ 'ਤੇ ਗੱਲ ਕਰਾਂਗੇ। ਅਤੇ ਹਮੇਸ਼ਾ ਦੀ ਤਰ੍ਹਾਂ ਅੱਜ ਮੇਰੇ ਨਾਲ ਫਿਰ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਅਤੇ ਜਿਨ੍ਹਾਂ ਦੇ ਨਾਲ ਇਸ ਮੁੱਦੇ 'ਤੇ ਗੱਲ ਕਰਾਂਗੇ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ। ਅੱਛਾ ਹਰਕੀਰਤ ਜੀ, ਆਪਾਂ ਬਹੁਤ ਵਾਰੀ ਕਿਸੇ ਨਾਲ ਗੱਲ ਕਰੀਏ ਤਾਂ ਜਿਹੜਾ ਕਨਫਿਊਜ਼ਨ ਵਰਡ ਹੈ ਨਾ, ਬੜਾ ਆਮ ਇਹਨਾਂ ਦਿਨਾਂ ਦੇ ਵਿੱਚ ਉੱਭਰ ਕੇ ਆਉਂਦਾ। ਅਤੇ ਜੇ ਆਪਾਂ ਕਿਸੇ ਯੰਗਸਟਰ ਨਾਲ ਗੱਲ ਕਰਦੇ ਹਾਂ ਤਾਂ ਉਹ ਕਨਫਿਊਜ਼ ਕਹਿੰਦਾ ਜੀ ਮੈਂ ਕਨਫਿਊਜ਼ ਹਾਂ ਵੀ ਮੈਂ ਆਪਣੇ ਅੱਗੇ ਸਟੱਡੀਜ਼ ਦੇ ਵਿੱਚ ਕੀ ਕਰਾਂ। ਜੇ ਕਿਸੇ ਨੇ ਸਟੱਡੀਜ਼ ਪੂਰੀ ਕਰ ਲਈ ਹੈ ਅਤੇ ਉਹਨੂੰ ਇਹ ਕਨਫਿਊਜ਼ਨ ਹੁੰਦੀ ਆ ਵੀ ਮੈਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਿਹੜਾ ਜਿਹੜਾ ਰਾਹ ਅਪਣਾਵਾਂ, ਕਿਸ ਪਾਸੇ ਜੋਬ ਕਰਾਂ। ਅਤੇ ਇਸੇ ਤਰ੍ਹਾਂ ਜਿਵੇਂ ਹੁਣ ਮੈਂ ਪਹਿਲਾਂ ਗੱਲ ਕੀਤੀ ਹੈ ਬੇਬੀ ਬੂਮਰਸ ਨੇ, ਜਿਹੜੇ ਕਿ ਹੁਣ ਜਿਹੜੀ ਏਜਡ ਜਿਹੜੀ ਪਾਪੂਲੇਸ਼ਨ ਹੈ ਕੈਨੇਡਾ ਜਾਂ ਨਾਰਥ ਅਮਰੀਕਾ ਦੀ, ਉਹਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਕਨਫਿਊਜ਼ਨ ਦੇਖਣ ਨੂੰ ਮਿਲਦੀ ਹੈ। ਤਾਂ ਤੁਸੀਂ ਕਿਸ ਤਰ੍ਹਾਂ ਇਸ ਨੂੰ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ 'ਤੇ ਚਰਚਾ ਕਰਦੇ ਹਾਂ। ਸਿਮਰਤ ਜੀ, ਸਭ ਤੋਂ ਪਹਿਲਾਂ ਆਪਾਂ ਕਹਿੰਦੇ ਵੀ ਕਨਫਿਊਜ਼ ਬੰਦਾ ਕਿਉਂ ਹੁੰਦਾ ਹੈਗਾ। ਹਾਂਜੀ। ਸੋ ਕਨਫਿਊਜ਼ ਤਦ ਹੁੰਦਾ ਜਦ ਉਹਦੇ ਕੋਲ ਆਪਸ਼ਨਸ ਹੁੰਦੀਆਂ ਨੇ, ਕਿਉਂਕਿ ਨੈਚੁਰਲ ਜੇ ਤੁਹਾਡੇ ਕੋਲ ਆਪਸ਼ਨਸ ਹੀ 2 ਹੋਣਗੀਆਂ, ਹਾਂਜੀ, ਆਈਦਰ 1 ਔਰ ਆਈਦਰ 2, ਤੁਸੀਂ ਕਨਫਿਊਜ਼ਨ ਦਾ ਕੋਈ ਤੁਹਾਡੇ ਕੋਲ ਖੁਦ ਆਪਸ਼ਨ ਨਹੀਂ ਹੁੰਦਾ ਕਨਫਿਊਜ਼ ਹੋਣ ਦਾ। ਹਾਂਜੀ। ਬਟ ਜੇ ਤੁਹਾਡੇ ਕੋਲ ਆਪਸ਼ਨਸ ਹੀ ਇੰਨੀਆਂ ਜ਼ਿਆਦਾ ਨੇ ਹੈਗੀਆਂ ਨੇ, ਔਰ ਦੂਸਰੀ ਗੱਲ ਹੈ ਕਿ ਤੁਹਾਡੇ ਕੋਲ ਇਨਫਲੋ ਆਫ ਜਿਹੜੀ ਇਨਫੋਰਮੇਸ਼ਨ ਹੈ ਉਹ ਇੰਨੀ ਜ਼ਿਆਦਾ ਹੈਗੀ ਹੈ ਕਿ ਤੁਹਾਨੂੰ ਇਹ ਡਿਸਾਈਡ ਕਰਨਾ ਬੰਦਾ ਖੁਦ ਡਿਸਾਈਡ ਨਹੀਂ ਕਰ ਪਾਉਂਦਾ ਕਿ ਕਿਹੜੀ ਸਹੀ ਹੈ ਅਤੇ ਕਿਹੜੀ ਗਲਤ ਹੈ। ਬਿਲਕੁਲ। ਸੋ ਇਸ ਟਾਈਮ ਆਪਾਂ ਜੇ ਪਿਛਲੇ 10 ਸਾਲਾਂ ਤੋਂ ਜਦੋਂ ਤੁਸੀਂ ਗੱਲ ਕਰ ਰਹੇ ਸੀ, ਜਦ ਇੰਟਰਨੈਟ ਦਾ ਜ਼ਮਾਨਾ ਆਇਆ, ਸੋ ਇਨਫਲੋ ਆਫ ਇਨਫੋਰਮੇਸ਼ਨ ਜਿਹੜੀ ਉਹ ਇੰਨੀ ਜ਼ਿਆਦਾ ਹੋ ਗਈ ਹੈ, ਔਰ ਸਾਨੂੰ ਇਹ ਡਿਸਾਈਡ ਕਰਨਾ ਸਭ ਤੋਂ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈਗਾ ਕਿ ਕਿਹੜੀ ਇਨਫੋਰਮੇਸ਼ਨ ਸਹੀ ਹੈ ਅਤੇ ਕਿਹੜੀ ਇਨਫੋਰਮੇਸ਼ਨ ਗਲਤ ਹੈ। ਔਰ ਫਿਰ ਸਾਡੀ ਜਿਹੜੀਆਂ ਪ੍ਰਾਇਓਰਟੀਜ਼ ਹੁੰਦੀਆਂ ਨੇ ਕਿ ਸਾਡੀ ਪ੍ਰਾਇਓਰਟੀ ਕੀ ਹੈ। ਸੋ ਸਾਨੂੰ ਪ੍ਰਾਇਓਰਟੀ, ਸਭ ਤੋਂ ਪਹਿਲਾਂ ਪ੍ਰਾਇਓਰਟੀ ਇਹ ਦੇਖਣੀ ਚਾਹੀਦੀ ਅੱਜ ਦੀ ਡੇਟ ਵਿੱਚ ਸਾਡੀ ਪ੍ਰਾਇਓਰਟੀ ਕੀ ਹੈ। ਲੇਕਿਨ ਅਸੀਂ ਆਪਣੀ ਪ੍ਰਾਇਓਰਟੀ ਵਿੱਚ ਹੀ ਡਿਸਾਈਡ ਨਹੀਂ ਕਰ ਪਾਉਂਦੇ ਕਿ ਸਾਡੀ ਇਹ ਪ੍ਰਾਇਓਰਟੀ ਕੀ ਹੈ। ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਜਿਵੇਂ ਆਪਾਂ ਲੇਟੈਸਟ ਅਤੇ ਗੱਲ ਕਰੀਏ ਕਿ ਹੁਣ ਦੇਰ ਇਜ਼ ਅ ਵਾਰ ਗੋਇੰਗ ਔਨ। ਹੁਣ ਵਾਰ ਦੇ ਨੁਕਸਾਨ ਕਿੰਨੇ, ਰਸ਼ੀਆ ਤੇ ਯੂਕਰੇਨ। ਹਾਂਜੀ। ਹੁਣ ਉਹਦੇ ਨੁਕਸਾਨ ਸਾਨੂੰ ਸਭ ਨੂੰ ਪਤਾ ਹੈ ਨਹੀਂ ਕਿ ਉਹਦੇ ਕਿੰਨੇ ਨੁਕਸਾਨ ਨੇ, ਲੌਂਗ ਰਨ ਕਿੰਨੇ ਨੁਕਸਾਨ ਨੇ। ਔਰ ਜਿਹੜਾ ਕਿ ਲੋਕ ਰੌਲਾ ਪਾ ਰਹੇ ਨੇ ਇੰਨਾ ਟਾਈਮ ਤੋਂ, ਸਾਰੇ ਜਿਹੜੇ ਖਾਸ ਕਰ ਡਿਵੈਲਪ ਕੰਟਰੀ ਹੈ ਨੇ, ਉਹ ਇੰਨੀ ਚੀਜ਼ ਦੀ ਗੱਲ ਕਰਦੇ ਨੇ ਕਿ ਸਾਡਾ ਜੀ ਜਿਹੜਾ ਕਲਾਈਮੇਟ ਚੇਂਜਸ ਹੋ ਰਹੀਆਂ ਨੇ ਉਹ ਇੰਨੀਆਂ ਡਰੈਸਟਿਕ ਨੇ ਕਿ ਆਉਣ ਵਾਲੇ ਟਾਈਮ ਵਿੱਚ ਸਾਨੂੰ ਇਹਦੇ ਬਹੁਤ ਡੇਂਜਰਸ ਜਿਹੜੇ ਕੌਨਸੀਕੁਐਂਸਿਸ ਨਜ਼ਰ ਆਉਣਗੇ। ਲੇਕਿਨ ਸਾਡੀ ਪ੍ਰਾਇਓਰਟੀ ਜਦ ਕਿ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀਆਂ ਈਗੋਜ਼ ਨੂੰ ਛੱਡ ਕੇ, ਜਾਂ ਜਿਹੜੇ ਬਿਗ ਕੰਟਰੀਜ਼ ਹੈ ਨੇ, ਜਿਹੜੇ ਨੇਤਾ ਨੇ, ਉਹ ਆਪਣੀ ਈਗੋ ਨੂੰ ਛੱਡ ਕੇ ਔਰ ਆਪਣੇ ਫਿਊਚਰ ਬਾਰੇ ਗੱਲ ਕਰਨ ਜਾਂ ਅੱਜ ਪ੍ਰੈਜ਼ੈਂਟ ਬਾਰੇ ਗੱਲ ਕਰਨ ਕਿ ਸਾਡੇ ਵਾਸਤੇ ਕਿਹੜੀ ਚੀਜ਼ ਸਹੀ ਹੈ। ਲੇਕਿਨ ਫਿਰ ਵੀ ਉਹ ਕਨਫਿਊਜ਼ ਨੇ ਕਿ ਅਸੀਂ ਵਾਰ ਨੂੰ ਕੰਟੀਨਿਊ ਰੱਖੀਏ, ਇਹਦੇ ਕੌਨਸੀਕੁਐਂਸਿਸ ਨੂੰ ਝੇਲਣ ਨੂੰ ਤਿਆਰ ਨੇ, ਬਸ਼ਰਤੇ ਕਿ ਆਪਣੀ ਈਗੋ ਔਰ ਬਾਕੀ ਚੀਜ਼ਾਂ ਨੂੰ ਛੱਡ ਦੇਣ। ਉਹ ਟੈਕਨੀਕਲੀ ਮੈਂ ਸੋਚਦਾ ਕਿ ਦੇ ਆਰ ਕਨਫਿਊਜ਼ਡ ਅਬਾਊਟ ਕਿ ਉਹ ਆਪਣੇ ਬਾਰੇ ਵੀ ਕਨਫਿਊਜ਼ ਨੇ ਅਤੇ ਫਿਊਚਰ ਆਫ ਦਾ ਜਿਹੜੀ ਅਰਥ ਹੈ ਉਹਦੇ ਵਾਸਤੇ ਵੀ ਕਨਫਿਊਜ਼ ਨੇ। ਹੁਣ ਦੇਖੋ, ਹੁਣ ਤੁਸੀਂ ਵਾਰ ਦੀ ਗੱਲ ਕੀਤੀ ਹੈ, ਜੋ ਹਾਲਾਤ ਨੇ ਅੱਜ ਬਣੇ ਹੋਏ ਨੇ ਯੂਕਰੇਨ ਦੇ ਵਿੱਚ, ਰਸ਼ੀਆ ਅਤੇ ਯੂਕਰੇਨ ਦੀ ਜੰਗ ਦੇ ਨਾਲ, ਅਤੇ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ, ਜੋ ਹੁਣ ਦੇਖੋ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੱਲਿਆ, ਅਤੇ ਕਿਸੇ ਨਾ ਕਿਸੇ ਲੱਗਦੀ ਨਹੀਂ ਵੀ ਕਿਸੇ ਪਾਸੇ ਲੱਗਣ ਵਾਲੀ ਇਹ ਗੱਲ। ਸੋ ਉਹੀ ਗੱਲ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪੁਤਿਨ ਸਾਹਿਬ, ਉਹ ਵੀ ਕਿਸੇ ਨਾ ਕਿਸੇ ਢੰਗ ਨਾਲ ਕਨਫਿਊਜ਼ ਹੀ ਲੱਗਦੇ ਨੇ ਵੀ ਹੁਣ ਮੈਂ ਕੀ ਕਰਾਂ। ਉਹ ਬਿਲਕੁਲ ਦੋ ਚਿੱਤੀ ਵਿੱਚ ਨੇ ਕਿ ਜੋ ਜਿਸ ਤਰ੍ਹਾਂ ਉਹ ਚੱਲੇ ਸੀ ਉਹ ਤਾਂ ਹੈ ਹੀ ਨਹੀਂ ਹੈ।
ਸੋ ਆਪਾਂ ਐਡੇ ਵੱਡੇ ਵੱਡੇ ਬੰਦਿਆਂ ਦੀ ਗੱਲ ਕਰ ਰਹੇ ਹਾਂ, ਨੇਤਾਵਾਂ ਦੀ ਗੱਲ ਕਰ ਰਹੇ ਹਾਂ। ਮੈਂ ਇੱਕ ਨਾਰਮਲ ਐਗਜ਼ਾਮਪਲ ਦਿੰਦਾ ਹੁੰਦਾ ਕਿ ਬਹੁਤ ਹੀ ਜਿਹੜਾ ਸਿੰਪਲ ਇੱਕ ਆਮ ਹਿਊਮਨ ਬੀਇੰਗ ਦੀ ਗੱਲ ਮੈਂ ਕਰਨ ਲੱਗਿਆ। ਜੇ ਅਸੀਂ ਬੈਕ ਹੋਮ ਦੀ ਗੱਲ ਕਰੀਏ, ਪਰ ਬੈਕ ਹੋਮ ਜਦ ਵੀ ਆਪਾਂ ਬੈਕ ਹੋਮ ਜਾਂਦੇ ਹੈਗੇ, ਦੇਖਦੇ ਹਾਂ ਆਮ ਲੋਕਾਂ ਨੂੰ, ਤਾਂ ਉਹਨਾਂ ਨੇ ਗੱਡੀਆਂ ਦੇ ਪਿੱਛੇ ਕੈਨੇਡਾ ਦੇ ਝੰਡੇ ਲਾਏ ਹੁੰਦੇ ਹੈ ਨੇ, US ਦੇ ਝੰਡੇ ਲਾਏ ਹੁੰਦੇ ਨੇ, ਲਿਖਿਆ ਹੁੰਦਾ ਪੱਕੇ ਕੈਨੇਡਾ ਵਾਲੇ, ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ। ਉਹ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਨੇ, ਕੈਨੇਡਾ ਦੀਆਂ ਖਬਰਾਂ ਪੜ੍ਹਦੇ ਨੇ, US ਦੀਆਂ ਖਬਰਾਂ ਪੜ੍ਹਦੇ ਨੇ, ਕੋਈ ਬ੍ਰਿਟੇਨ ਦੇ ਝੰਡੇ ਲਾਏ ਹੁੰਦੇ ਨੇ। ਸੋ ਜਦ ਹੀ ਬੰਦਾ ਇਹਦੇ ਨਾਲੇ ਮੈਂ ਹੋਰ ਗੱਲ ਜੋੜ ਦੇਵਾਂ ਕਿ ਜੇ ਤੁਸੀਂ ਆਪਾਂ ਜੇ ਪਿੰਡਾਂ ਦੇ ਵਿੱਚ ਲੰਘੀਏ ਤਾਂ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ, ਉਹਨਾਂ ਦੇ ਬਾਹਰ ਲਿਖਿਆ ਹੁੰਦਾ ਕੈਨੇਡੀਅਨ, ਇੰਗਲੈਂਡੀਅਨ। ਹਾਂਜੀ, ਤੇ ਜਿਉਂ ਹੀ ਉਹ ਕੈਨੇਡਾ ਆ ਜਾਂਦੇ ਨੇ, US ਵਿੱਚ ਆ ਜਾਂਦੇ ਨੇ, ਉਰੇ ਆ ਕੇ 4 ਮਹੀਨੇ ਬਾਅਦ ਹੀ ਉਹਨਾਂ ਦੇ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਅਸੀਂ ਦੁਆਬੇ ਵਾਲੇ ਹਾਂ, ਅਸੀਂ ਅੰਬਰਸਰੀਆ, ਹੁਸ਼ਿਆਰਪੁਰੀਆ, ਜਾਂ ਅਸੀਂ ਉਹ ਫਿਰ ਅਸੀਂ ਪੰਜਾਬੀ ਬਾਰੇ ਗੱਲ ਕਰਦੇ ਨਹੀਂ ਜੀ, ਪੰਜਾਬੀ ਸਾਡੀ ਮਾਤਰ ਭਾਸ਼ਾ, ਲੈਂਗੁਏਜ ਆ ਫਲਾਣਾ। ਹੁਣ ਸਾਨੂੰ ਇਹ ਨਹੀਂ ਕਨਫਿਊਜ਼ ਸਮਝ ਹੋ ਰਿਹਾ ਹੈਗਾ ਇੱਕ ਆਮ ਇਨਸਾਨ ਨੂੰ ਕਿ ਅਸੀਂ ਉਸ ਜਿਹੜਾ ਟਾਈਮ ਅਸੀਂ ਜਿੱਥੇ ਹੈ ਆ ਉਹਨੂੰ ਜਸਟੀਫਾਈ ਕਿੱਦਾਂ ਕਰੀਏ, ਕਿ ਅਸੀਂ ਉਰੇ ਖੁਸ਼ ਹਾਂ, ਸਾਨੂੰ ਕਨਫਿਊਜ਼ਨ ਵਿੱਚ ਹੈ ਕਿ ਅਸੀਂ ਖੁਸ਼ ਕਿੱਥੇ ਹਾਂ, ਅਸੀਂ ਸੈਟਿਸਫਾਈ ਕਿੱਥੇ ਹਾਂ, ਕਿ ਅਸੀਂ ਉੱਥੇ ਸੈਟਿਸਫਾਈ ਸੀ ਜਦ ਅਸੀਂ ਉਰੇ ਦੀਆਂ ਗੱਲਾਂ ਕਰਦੇ ਸੀ, ਜਾਂ ਉਰੇ ਆ ਕੇ ਫਿਰ ਅਸੀਂ ਲੌਂਗਿੰਗ ਕਰਦੇ ਹਾਂ ਕਿ ਉੱਥੇ ਦੀਆਂ ਗੱਲਾਂ ਕਰੀਏ ਕਿ ਉਹ ਸਾਨੂੰ ਸੈਟਿਸਫੈਕਸ਼ਨ ਹੈਗੀ ਹੈ। ਮੈਂ ਇੱਥੇ ਹਰਕੀਰਤ ਜੀ ਜੋੜ ਦੇਵਾਂ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਥੋੜ੍ਹਾ ਜਿਹਾ ਹੋਰ ਧਿਆਨ ਮੰਗਦੀ ਹੈ, ਕਿਉਂਕਿ ਜੋ ਹਾਲਾਤ ਨੇ ਅੱਜ ਕੱਲ੍ਹ ਇੱਥੇ ਵੀ ਬਣੇ ਹੋਏ ਨੇ, ਤੇ ਜਿਸ ਤਰ੍ਹਾਂ ਆਪਣੇ ਯੰਗਸਟਰ ਇੱਥੇ ਆ ਰਹੇ ਨੇ, ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਨਫਿਊਜ਼ਨ ਵਾਲੀ, ਵੀ ਜਦੋਂ ਬੈਕ ਹੋਮ ਇੰਡੀਆ ਪੰਜਾਬ ਦੇ ਵਿੱਚ ਹੁੰਦੇ ਸੀ ਤਾਂ ਉਹ ਕਹਿੰਦੇ ਸੀ ਜੀ ਅਸੀਂ ਤਾਂ ਬਾਹਰ ਜਾਣਾ, ਤੇ ਉੱਥੇ ਦੇ ਸੁਪਨੇ ਇੱਥੇ ਦੇ ਸੁਪਨੇ ਦੇਖਦੇ ਸੀ। ਹੁਣ ਜਦ ਇੱਥੇ ਆ ਜਾਂਦੇ ਨੇ ਤੇ ਆਏ ਹੋਏ ਨੇ ਜਿਹੜੇ ਲੋਕ, ਜਿਹੜੇ ਬੱਚੇ ਇੱਥੇ ਵੀ ਆਏ ਹੋਏ ਨੇ ਜਾਂ ਜਿਹੜੇ ਪੁਰਾਣੇ ਆਏ ਹੋਏ ਨੇ, ਉਹ ਫਿਰ ਉੱਥੇ ਦੇ ਸੁਪਨੇ ਲੈਣ ਲੱਗ ਪੈਂਦੇ ਨੇ ਵੀ ਮੈਂ ਤਾਂ ਉੱਥੇ ਇੱਦਾਂ ਰਹਿੰਦਾ ਸੀਗਾ, ਤੇ ਮੈਂ ਤਾਂ ਇੱਦਾਂ ਰੋਜ਼ ਮੋਟਰਸਾਈਕਲ 'ਤੇ ਜਾਂਦਾ ਸੀ, ਮੈਂ ਕਾਰ 'ਚ ਘੁੰਮਦਾ ਸੀ। ਤਾਂ ਕਿਉਂਕਿ ਇੱਥੇ ਦਾ ਤੇ ਉੱਥੇ ਦਾ ਮਾਹੌਲ ਦੇ ਵਿੱਚ ਬੜਾ ਫਰਕ ਹੈ। ਹੁਣ ਜੋ ਹਾਲਾਤ ਆਪਣੇ ਆਲੇ ਦੁਆਲੇ ਜੇ ਆਪਾਂ ਦੇਖੀਏ ਜੋ ਬਣੇ ਹੋਏ ਨੇ, ਸੋ ਹੁਣ ਲੋਕਾਂ ਦੇ ਉਹੀ ਕਨਫਿਊਜ਼ਨ ਹੈ ਵੀ ਕੀ ਅਸੀਂ ਇਹਨੂੰ ਕੈਨੇਡਾ ਰਹਿਣ ਦਈਏ ਜਾਂ ਇਹਨੂੰ ਪੰਜਾਬ ਵਰਗਾ ਮਾਹੌਲ ਬਣਾ ਦਈਏ। ਸੋ ਲੋਕ ਬੜੇ ਕਨਫਿਊਜ਼ ਨੇ। ਇਹ ਉਹੀ ਗੱਲ ਆ ਜਾਂਦੀ ਵੀ ਹਰੇਕ ਜਗ੍ਹਾ ਜਿਹੜੀ ਕਨਫਿਊਜ਼ਨ ਹੈ ਉਹ ਸਭ ਤੋਂ ਭਾਰੂ ਹੈ, ਕਿਉਂਕਿ ਇਹ ਸਾਰੀ ਚੀਜ਼ਾਂ ਦੀ ਸਾਡੀ ਮੈਂਟਲ ਹੈਲਥ 'ਤੇ ਬਹੁਤ ਅਸਰ ਪੈਂਦਾ ਹੈ। ਮੈਂ ਇਹ ਸੋਚਦਾ ਕਿ ਇਸ ਟਾਈਮ ਜਦ ਮੈਂ ਹਿਸਟਰੀ ਪੜ੍ਹ ਕੇ ਦੇਖਦਾ ਜਾਂ ਪਿਛਲੇ 100 ਸਾਲਾਂ ਦੀ ਗੱਲ ਕਰਦਾ ਹੈਗਾ, ਇਸ ਟਾਈਮ ਜਿਹੜੀ ਇਨਫਲੋ ਆਫ ਇਨਫੋਰਮੇਸ਼ਨ, ਜਿਹੜੇ ਆਪਸ਼ਨ ਸਭ ਤੋਂ ਜ਼ਿਆਦਾ ਅਵੇਲੇਬਲ ਨੇ, ਇੱਕ ਗੱਲ। ਦੂਸਰੀ ਗੱਲ, ਜੇ ਆਪਾਂ ਉਹਨੂੰ ਇੱਕ ਟਿਪੀਕਲ ਗੱਲ ਲੈ ਕੇ ਚੱਲੇ ਕਿ ਹਰ ਬੰਦੇ ਦੀ ਏਜ ਦੇ ਹਿਸਾਬ ਨਾਲ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਬੇਬੀ ਬੂਮਰਸ ਦੀ ਆਪਾਂ ਗੱਲ ਕਰ ਰਹੇ ਸੀ, ਜਾਂ ਜਿਹੜੇ ਆਪਣੇ 70 ਸਾਲ ਤੋਂ ਉੱਪਰ ਨੇ ਜਾਂ 65 ਸਾਲ ਤੋਂ ਉੱਪਰ ਹੈ ਨੇ, ਇੱਕ ਉਹ ਬੰਦਾ ਜਦ ਆਪਾਂ ਫੋਨ ਨੂੰ ਇੱਕ ਆਪਰੇਟ ਕਰਦਾ ਹੈਗਾ, ਉਹਨੂੰ ਉਸ ਚੀਜ਼ ਦੇ ਉਹਨੇ ਨੌਲੇਜ ਨਹੀਂ ਹੈਗੀ ਕਿ ਜਿੰਨਾ 5 ਸਾਲ ਦਾ ਬੱਚਾ ਆਪਰੇਟ ਕਰ ਸਕਦਾ ਹੈਗਾ। ਠੀਕ ਹੈ ਨਾ। ਸੋ ਦੇ ਆਰ ਜਨਰੇਸ਼ਨ ਜਿਹੜਾ ਗੈਪ ਹੈ, ਪਹਿਲਾਂ ਹੁੰਦਾ ਸੀ 10 ਸਾਲ ਦਾ ਗੈਪ, 5 ਸਾਲ ਦਾ ਗੈਪ, ਅੱਜ ਉਹ ਗੈਪ 50 ਸਾਲ ਦਾ ਗੈਪ ਹੋ ਗਿਆ ਹੈ। ਸੋ ਦੇ ਕਾਂਟ ਕੋਪ ਅਪ ਵਿਦ ਦ ਨਿਊ ਇਨਵੈਂਸ਼ਨਸ, ਨਿਊ ਜਨਰੇਸ਼ਨ, ਨਿਊ ਹਰ ਚੀਜ਼ ਦੇ ਨਾਲ ਨਵੀਂ। ਕਿਉਂਕਿ ਜੇ ਆਪਾਂ ਦੇਖੀਏ ਤਾਂ ਜਿਹੜੇ ਪਿਛਲੇ 5, 7 ਜਾਂ 10 ਸਾਲ ਦੇ ਵਿੱਚ ਜਿਹੜੀ ਟੈਕਨੋਲੋਜੀ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਤੇ ਇੰਨੀ ਜ਼ਿਆਦਾ ਤਰੱਕੀ ਹੋਈ ਹੈ, ਤੇ ਉਹੀ ਜੋ ਗੱਲ ਕੀਤੀ ਵੀ ਜਿਹੜੇ ਬੇਬੀ ਬੂਮਰਸ ਨੇ ਜਾਂ ਜਿਹੜੇ 50 ਸਾਲ ਤੋਂ ਉੱਪਰ ਦੀ ਉਮਰ ਦੇ ਲੋਕ ਨੇ, ਉਹ ਉਸ ਦੇ ਨਾਲ ਆਪਣੇ ਆਪ ਨੂੰ ਚਲਾਉਣਾ ਬੜਾ ਮੁਸ਼ਕਿਲ, ਕੋਪ ਅਪ ਨਹੀਂ ਕਰ ਪਾ ਰਹੇ। ਬਿਲਕੁਲ ਇਹ ਫਸਟ ਟਾਈਮ ਇਨ ਹਿਸਟਰੀ ਵਿੱਚ ਇਹ ਹੋ ਰਿਹਾ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਰਿਵਰਸ ਫਲੋ ਕਰ ਰਹੀ ਹੈਗੀ, ਨੌਲੇਜ ਹੈ ਉਹ ਰਿਵਰਸ ਫਲੋ ਕਰ ਰਹੀ ਹੈ। ਅੱਜ ਤੱਕ ਆਪਾਂ ਇਹ ਸੁਣਦੇ ਆਏ ਹਾਂ ਕਿ ਠੀਕ ਹੈ ਜੀ, ਜੇ ਕੋਈ ਐਕਸਪੀਰੀਅੰਸ ਬੰਦਾ ਹੈਗਾ, 60 ਸਾਲ ਦਾ ਬੰਦਾ ਹੈਗਾ ਜਾਂ 65 ਸਾਲ ਦਾ ਬੰਦਾ, ਆਪਾਂ ਤੋਂ ਐਕਸਪੀਰੀਅੰਸ ਲਈਏ ਕਿ ਉਹਦੇ ਐਕਸਪੀਰੀਅੰਸ ਨਾਲ ਆਪਾਂ ਗੱਲ ਕਰੀਏ, ਅੱਗੇ ਵਧੀਏ। ਬਿਲਕੁਲ। ਪਰ ਅੱਜ ਕੀ ਹੈ, ਅੱਜ ਜਿਹੜਾ ਅੱਜ ਦਾ ਜਿਹੜਾ ਯੁੱਗ ਦਾ ਬੰਦਾ ਹੈਗਾ, ਉਹ ਆਪਣੇ ਬਜ਼ੁਰਗਾਂ ਨੂੰ, ਉਹ ਆਪਣੇ ਵਡੇਰਿਆਂ ਨੂੰ ਉਹ ਇਨਫੋਰਮੇਸ਼ਨ ਪ੍ਰਦਾਨ ਕਰ ਰਿਹਾ ਕਿ ਨਹੀਂ, ਤੁਹਾਡਾ ਐਕਸਪੀਰੀਅੰਸ ਨਹੀਂ ਹੈਗਾ, ਅੱਜ ਉਹ ਸਭ ਕੁਝ ਚੇਂਜ ਹੋ ਚੁੱਕਿਆ ਹੈਗਾ, ਤੁਸੀਂ ਅੱਜ ਦੇ ਹਿਸਾਬ ਨਾਲ ਚੱਲਣਾ ਹੈਗਾ। ਸੋ ਰਿਵਰਸ ਆਫ ਦਾ ਜਿਹੜੀ ਨੌਲੇਜ ਹੈ, ਇਹ ਬਹੁਤ ਇੰਪੋਰਟੈਂਟ ਰੋਲ ਕ੍ਰੀਏਟ ਕਰ ਰਹੀ ਹੈ ਸਾਰੀ ਕਨਫਿਊਜ਼ਨ ਨੂੰ ਕ੍ਰੀਏਟ ਕਰਨ ਵਾਸਤੇ। ਸੋ ਇਹ ਚੀਜ਼ ਦੇ ਵਿੱਚ ਉਹਦੇ ਨਾਲ ਕੀ ਹੈ, ਤੁਹਾਡਾ ਜਦ ਤੁਸੀਂ ਇੱਕ ਨੌਲੇਜ ਨੂੰ ਰਿਵਰਸ ਕਰ ਦਿੰਦੇ ਹੈਗੇ ਹੋ ਤਾਂ ਤੁਹਾਡਾ ਸੋਸ਼ਲ ਸਟਰਕਚਰ ਵੀ ਬਹੁਤ ਜ਼ਿਆਦਾ ਹਿੱਲ ਜਾਂਦਾ ਹੈ। ਬਿਲਕੁਲ। ਸੋਸ਼ਲ ਸਟਰਕਚਰ ਦੀ ਆਪਾਂ ਜਿਵੇਂ ਮੈਂ ਐਗਜ਼ਾਮਪਲ ਹਮੇਸ਼ਾ ਦੇਵਾਂ ਕਿ ਸਪੋਜ਼ ਕਰੋ ਇੱਕ ਆਮ ਬੰਦਾ ਸੀ ਇੰਡੀਆ ਦੇ ਵਿੱਚ, ਆਪਾਂ ਗੱਲ ਕਰੀਏ ਬੈਕ ਹੋਮ ਦੀ ਗੱਲ ਕਰੀਏ, ਕਿ ਜਦੋਂ ਭਾਵੇਂ ਇੱਥੇ ਵੀ ਗੱਲ ਕਰੀਏ 9 to 5 ਜੌਬ ਕਰਦਾ ਸੀ, ਔਰ ਜਦ ਉਹਨੂੰ ਰਿਟਾਇਰ ਹੁੰਦਾ ਸੀ ਤਾਂ ਉਹਨੂੰ 25-30 ਲੱਖ ਰੁਪਈਆ ਦਾ ਪ੍ਰੋਵੀਡੈਂਟ ਫੰਡ ਮਿਲਦਾ ਸੀ। ਬਿਲਕੁਲ। ਤੇ ਉਹ ਸਾਰੀ ਜ਼ਿੰਦਗੀ 'ਚ ਉਹਦੀ ਉਹ ਕਮਾਈ ਹੁੰਦੀ ਸੀ। ਉਹ ਸੋਚਦਾ ਸੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਆਰਾਮ ਨਾਲ ਗੁਜ਼ਾਰੀ ਹੈ ਤੇ ਅੱਜ ਮੈਂ ਇਹਨੂੰ ਬੈਠ ਕੇ ਆਰਾਮ ਨਾਲ ਖਾਵਾਂਗਾ, ਪੈਨਸ਼ਨ ਲਵਾਂਗਾ। ਲੇਕਿਨ ਜਦ ਜਿਹੜਾ ਉਹਦਾ ਬੇਟਾ ਹੁੰਦਾ, ਜੇ ਉਹ IT ਕਰਕੇ ਕਿਸੇ ਵੀ ਫੀਲਡ ਵਿੱਚ ਜਾਂਦਾ ਤਾਂ ਉਹਦੀ ਪਰ ਐਨਮ ਸੈਲਰੀ 25 ਤੋਂ 30 ਲੱਖ ਰੁਪਈਆ ਹੁੰਦੀ ਹੈ। ਸੋ ਉਹਦੇ ਵਾਸਤੇ 1 ਸਾਲ ਦੀ ਕਮਾਈ ਹੈ ਕੁਝ ਵੀ ਨਹੀਂ ਹੈਗੀ ਹੈ।
ਸੋ ਜਿਹੜੀ ਚੀਜ਼ ਇੱਕ ਬੰਦੇ ਵਾਸਤੇ ਉਹਦੇ ਬਾਪ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਉਹਦੇ ਵਾਸਤੇ ਉਹ ਕੋਈ ਇੰਪੋਰਟੈਂਸ ਨਹੀਂ ਹੈ। ਕਿਉਂਕਿ ਆਪਾਂ ਆਮ ਹੀ ਉੱਥੇ ਇਹ ਜਿਹੜੀ ਗੱਲ ਸੁਣਦੇ ਰਹੇ ਆ ਵੀ ਮੇਰੀ ਉਮਰ ਭਰ ਦੀ ਕਮਾਈ ਹੈ, ਤੇ ਜਦੋਂ ਬੰਦਾ ਰਿਟਾਇਰ ਹੁੰਦਾ ਸੀ ਨਾ ਵੀ ਮੇਰੀ ਉਮਰ ਭਰ ਦੀ ਇਹ ਕਮਾਈ ਆ ਵੀ ਮੈਂ ਇਹਨੂੰ ਅਜਾਈ ਨਹੀਂ ਗਵਾਉਣਾ ਚਾਹੁੰਦਾ ਜਾਂ ਬਿਨਾਂ ਕਿਸੇ ਸੋਚੇ ਸਮਝੇ ਨਹੀਂ ਖਰਚਣਾ ਚਾਹੁੰਦਾ। ਸੋ ਉਹ ਹੁਣ ਜਿਹੜੀ ਹਾਲਾਤ ਨੇ ਉਹ ਬਿਲਕੁਲ ਬਦਲ ਗਏ ਨੇ। ਜੋ ਉਲਟੇ ਹੋ ਗਏ ਹਾਂ, ਜੋ ਉਦੋਂ ਬੰਦੇ ਦੀ ਉਮਰ ਘਰ ਦੀ ਕਮਾਈ ਹੁੰਦੀ ਸੀ, ਹੁਣ ਕਈ ਵਾਰੀ ਹੁਣ ਜਿਵੇਂ ਤੁਸੀਂ ਗੱਲ ਕੀਤੀ ਜਿਹੜੇ ਹਾਈ ਪ੍ਰੋਫਾਈਲ ਜਾਂ ਪ੍ਰੋਫੈਸ਼ਨਲ ਜੌਬਸ ਕਰਦੇ ਨੇ ਤੇ ਉਹਨਾਂ ਦੀ ਉਹ ਮਹੀਨੇ ਦੀ ਤਨਖਾਹ ਹੈ। ਹਾਂਜੀ, ਸਾਲ ਦੀ ਤਨਖਾਹ ਹੈ। ਸਾਲ ਦੀ ਤਨਖਾਹ ਹੈ, ਹਾਂਜੀ ਠੀਕ ਹੈ ਨਾ। ਸੋ ਉਹ ਜਿਹੜੇ ਹੁਣ ਤੱਕ ਤਾਂ ਉਹੀ ਜਿਹੜਾ ਇੱਕ ਫਾਦਰ ਫਿਗਰ ਸੀ, ਉਹ ਆਪਣੇ ਬੇਟੇ ਨੂੰ ਵੇਖ ਕੇ ਡਰਾਉਂਦਾ ਸੀ ਕਿ ਤੈਨੂੰ ਮੈਂ ਆਪਣੀ ਜਿਹੜੀ ਕਮਾਈ ਚੋਂ ਜਾਂ ਕਿਸੇ ਚੀਜ਼ ਚੋਂ ਕੁਛ ਨਹੀਂ ਦੇਣਾ ਹੈਗਾ। ਬਿਲਕੁਲ, you have to go according to me, according to the traditions. ਲੇਕਿਨ ਜੇ ਅੱਜ ਉਹਦਾ ਬੇਟਾ ਉਹਨੂੰ ਇਹ ਕਹਿੰਦਾ ਕਿ I don't need you, I don't need your ਜਿਹੜੀ ਤੁਹਾਡੀ ਕਮਾਈ ਹੈਗੀ ਜਿਸ ਚੀਜ਼ ਦੀ ਹੈਗੀ ਆ, I'm self sufficient, but I will do according to ਜਦ ਮੈਂ ਜੋ ਚਾਹੁੰਦਾ ਹੈ ਉਸ ਚੀਜ਼ ਦਾ। ਸੋ ਜਿਹੜੀਆਂ ਟ੍ਰੈਡੀਸ਼ਨਸ ਨੇ ਇੱਥੇ ਆ ਕੇ ਉਹ ਬ੍ਰੇਕਅਪ ਹੋਣ ਲੱਗ ਜਾਂਦੀਆਂ ਨੇ। ਆ ਜਿਹੜੀ ਹਾਂ ਤੁਸੀਂ ਗੱਲ ਕੀਤੀ ਆ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ, ਉਸ ਤੋਂ ਬਾਅਦ ਉਹਨਾਂ ਹਾਲਾਤਾਂ ਜੋ ਹਾਲਾਤ ਇੱਥੇ ਵੀ ਬਣੇ ਹੋਏ ਨੇ ਕੈਨੇਡਾ ਦੇ ਵਿੱਚ ਵੀ ਉਹਦੇ ਤੇ ਵੀ ਆਪਾਂ ਗੱਲ ਕਰਦੇ ਆ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ ਤੁਹਾਡੇ ਨਾਲ ਸਟਾਰ ਟਾਕ ਦੇ ਵਿੱਚ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਤੇ ਤੁਹਾਡੇ ਨਾਲ ਗੱਲ ਕਰ ਰਹੇ ਆ ਕਨਫਿਊਜ਼ਨ, ਦਚਿੱਤੀ। ਇਹ ਅੱਜ ਤੋਂ ਨਹੀਂ, ਸਾਲਾਂ ਤੋਂ ਇਹ ਜਿਹੜਾ ਵਰਡ ਹੈ ਸਾਡੇ ਆਲੇ ਦੁਆਲੇ, ਸਾਡੇ ਮਨਾਂ, ਸਾਡੇ ਦਿਮਾਗਾਂ ਦੇ ਵਿੱਚ ਵਸਿਆ ਹੋਇਆ ਹੈ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਜਿਵੇਂ ਕਿ ਹਰਕੀਰਤ ਹੋਣਾ ਨੇ ਵੀ ਕਿਹਾ ਸੀਗਾ ਵੀ ਜਦੋਂ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਤਾਂ ਆਮ ਹੀ ਕੁਦਰਤੀ ਹੈ ਕਿ ਬੰਦਾ ਜਿਹੜਾ ਕਨਫਿਊਜ਼ਡ ਹੋ ਜਾਂਦਾ, ਦਚਿੱਤੀ ਦੇ ਵਿੱਚ ਪੈ ਜਾਂਦਾ ਹੈ, ਤੇ ਜਾਂ ਕਈ ਵਾਰੀ ਅਸੀਂ ਆਪਣੇ ਕੁਝ ਹੋਰ ਸੋਚਦੇ ਹਾਂ, ਉਹਦੇ ਨਾਲ ਜਦੋਂ ਸਮਾਂ ਤੇਜ਼ੀ ਦੇ ਨਾਲ ਬਦਲਦਾ ਹੈ ਤੇ ਜਿਹੜੇ ਹਾਲਾਤ ਬਦਲਦੇ ਨੇ ਤੇਜ਼ੀ ਦੇ ਨਾਲ, ਤੇ ਫਿਰ ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਨਵੇਂ ਜ਼ਮਾਨੇ ਦੇ ਨਾਲ ਚੱਲੀਏ ਜਾਂ ਜਿਹੜਾ ਸਾਡਾ ਜ਼ਮਾਨਾ ਸੀ ਉਹਦੇ ਵਿੱਚ ਅਸੀਂ ਚੰਗੇ ਸੀ। ਸੋ ਕਨਫਿਊਜ਼ਨ ਜਾਂ ਦਚਿੱਤੀ ਲਗਾਤਾਰ ਜਿਹੜਾ ਸਾਨੂੰ ਪ੍ਰਭਾਵਿਤ ਕਰਦੀ ਹੈ। ਹਰਕੀਰਤ ਜੀ, ਜਿਵੇਂ ਤੁਸੀਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਭਾਰਤ ਦੀ ਗੱਲ ਕੀਤੀ ਵੀ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਜਦੋਂ ਚੰਗੇ ਆਪਣੀ ਕੰਮਕਾਰ ਕਰਦੇ ਨੇ ਤਾਂ ਉਹ ਆਪਣੇ ਪੇਰੈਂਟਸ ਨੂੰ ਕਹਿੰਦੇ ਨੇ ਵੀ ਨਹੀਂ, ਮੈਂ ਤੁਹਾਡੀ ਮੇਰੀ ਜਿਹੜੀ ਪੈਸਾ ਨੇ ਮੈਨੂੰ ਨਹੀਂ ਚਾਹੀਦਾ, ਮੇਰੇ ਕੋਲ ਆਪਣਾ ਹੈਗਾ। ਸੋ ਉਸੇ ਤਰ੍ਹਾਂ ਦੇ ਹਾਲਾਤ ਇੱਥੇ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਤੁਸੀਂ ਵੀ ਜਦੋਂ ਬਾਹਰ ਆਪਾਂ ਵਿਚਰਦੇ ਹਾਂ, ਤੁਸੀਂ ਵੀ ਆਮ ਹੀ ਦੇਖਿਆ ਹੋਣਾ, ਜਿਹੜੇ ਇੱਥੇ ਦੇ ਯੰਗਸਟਰ ਨੇ ਤੇ ਉਹ ਆਪਣੇ ਮਾਂ-ਬਾਪ ਨੂੰ ਇਹੀ ਕਹਿੰਦੇ ਨੇ ਵੀ ਇਹ ਤੁਹਾਡਾ ਘਰ ਹੈ, ਤੁਸੀਂ ਆਪਣੇ ਲਈ ਬਣਾਇਆ, ਤੁਸੀਂ ਇਹਦੇ ਲਈ ਜੋ ਵੀ ਕੁਛ ਕੀਤਾ ਤੇ ਮੈਨੂੰ ਨਹੀਂ ਚਾਹੀਦਾ, ਮੈਂ ਜੋ ਕਰਨਾ ਹੋਊਗਾ ਤਾਂ ਮੈਂ ਆਪਣੇ ਆਪ ਲੈ ਲੂੰਗਾ। ਜੇ ਮੈਂ ਘਰ ਲੈਣਾ ਹੋਊਗਾ ਤਾਂ ਮੈਂ ਜੇ ਮੈਨੂੰ ਘਰ ਦੀ ਲੋੜ ਹੋਊਗੀ ਮੈਂ ਘਰ ਲਵਾਂਗਾ, ਜੇ ਮੈਨੂੰ ਅਪਾਰਟਮੈਂਟ ਦੀ ਲੋੜ ਹੈ ਤਾਂ ਅਪਾਰਟਮੈਂਟ ਲਵਾਂਗਾ। ਸੋ ਇਹਦੇ ਤੋਂ ਬਾਅਦ ਜਦੋਂ ਜੋ ਹਾਲਾਤ ਇੱਥੇ ਦੇਖਣ ਨੂੰ ਮਿਲਦੇ ਨੇ, ਸੋ ਪੇਰੈਂਟਸ ਵੀ ਕਿਸੇ ਨਾ ਕਿਸੇ ਢੰਗ ਨਾਲ ਤੁਹਾਨੂੰ ਲੱਗਦਾ ਵੀ ਕਨਫਿਊਜ਼ ਹੋਏ ਹੋਏ ਨੇ ਵੀ ਕੀ ਕਰੀਏ ਅਸੀਂ ਹੁਣ। ਤੁਹਾਨੂੰ ਮੈਂ ਯੰਗਸਟਰ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ, ਲਾਸਟ ਈਅਰ ਜਿਹੜਾ ਕੋਵਿਡ ਆਇਆ, ਇਹ 1.5-2 ਸਾਲ ਸੀ, ਇਹਨੇ ਬਿਲਕੁਲ ਹਾਲਾਤ ਚੇਂਜ ਕਰ ਦਿੱਤੇ ਨੇ। ਬਿਲਕੁਲ, ਤੁਸੀਂ ਇਹ ਸੋਚੋ ਕਿ ਇਹਨੂੰ ਕਹਿਣ ਲੱਗੇ ਨੇ ਲਾਸਟ ਈਅਰ ਦ ਡੈਕੇਡ ਆਫ ਦ ਗ੍ਰੇਟ ਰੈਜ਼ਿਗਨੇਸ਼ਨ। ਹਾਂਜੀ, ਈਅਰ ਆਫ ਦ ਗ੍ਰੇਟ ਰੈਜ਼ਿਗਨੇਸ਼ਨ। ਪਿਛਲੇ ਇੱਕ ਸਾਲ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਘੱਟੋ ਘੱਟ 30 to 35% ਲੋਕਾਂ ਨੇ ਆਪਣੀ ਜੌਬ ਛੱਡ ਦਿੱਤੀ, ਰਿਜ਼ਾਈਨ ਕਰ ਦਿੱਤਾ ਹੈਗਾ। ਉਹ ਇਹ ਸੋਚਦੇ ਨੇ ਕਿ ਨਹੀਂ, ਮੇਰੇ ਕੋਲ ਹੋਰ ਆਪਸ਼ਨ ਬੈਟਰ ਹੈਗੇ ਨੇ, ਚਾਹੇ ਮੈਂ ਸੈਲਫ ਇੰਪਲੋਇਡ ਹੋਵਾਂ ਜਾਂ ਮੈਂ ਕੋਈ ਇਹੋ ਜਿਹਾ ਕੰਮ ਕਰਾਂ, ਆਪਣਾ ਬਿਜ਼ਨਸ ਕਰਾਂ, ਜੋ ਵੀ ਕਰਾਂ। ਲੇਕਿਨ ਇੱਕ ਲੱਗੀ ਲਗਾਈ ਜੌਬ ਨੂੰ ਛੱਡਣਾ ਇੱਕ ਬਹੁਤ ਵੱਡੀ ਗੱਲ ਪਹਿਲਾਂ ਟਾਈਮ ਵਿੱਚ ਹੁੰਦੀ ਸੀ, ਪਰ ਪਿਛਲੇ 1 ਸਾਲ ਦੇ ਵਿੱਚ 30% ਲੋਕਾਂ ਨੇ ਇਹ ਗੱਲ ਕੀਤੀ। ਪਹਿਲਾਂ ਜਿਵੇਂ ਤੁਸੀਂ ਗੱਲ ਕੀਤੀ, ਪਹਿਲੇ ਸਮੇਂ ਦੇ ਵਿੱਚ ਜਦੋਂ ਲੱਗੀ ਲਗਾਈ ਜੌਬ ਹੁੰਦੀ ਸੀ ਤਾਂ ਬੰਦਾ ਕਹਿੰਦਾ ਸੀਗਾ ਵੀ ਮੇਰੀ ਜਿਹੜੀ ਸੁਰੱਖਿਅਤ ਜੌਬ ਹੈ, ਮੈਂ ਸਿਕਿਉਰ ਆ, ਮੈਂ ਛੱਡਣੀ ਨਹੀਂ, ਹੋਰ ਕਿਸੇ ਪਾਸੇ ਮੈਂ ਹੱਥ ਪੱਲਾ ਨਹੀਂ ਮਾਰਨਾ। ਹਾਂਜੀ, ਲੇਕਿਨ ਅੱਜ ਦੀ ਦੌਰ ਵਿੱਚ ਉਹਨਾਂ ਕੋਲ ਟਾਈਮ ਦੇ ਵਿੱਚ ਇੰਨੇ ਆਪਸ਼ਨਸ ਅਵੇਲੇਬਲ ਹੈ ਨੇ, ਉਹ ਇਹ ਸੋਚ ਸਕਦੇ ਨੇ। ਸੋ ਈਵਨ ਕੰਪਨੀਜ਼ ਕਨਫਿਊਜ਼ ਨੇ ਕਿ ਅਸੀਂ ਜਿਹੜੇ ਆਪਣੇ EMPLOYE ਨੂੰ ਰਿਟੇਨ ਕਿਵੇਂ ਕਰੀਏ। ਸੋ ਹੁਣ ਜੇ ਤੁਸੀਂ ਇੱਕ ਇਹੋ ਜਿਹੀ ਸਿਚੁਏਸ਼ਨ ਵਿੱਚ ਆਓਗੇ ਤਾਂ ਉਹ ਸਾਰੇ ਘਰ ਦੇ ਜਿਹੜੇ ਹਾਲਾਤ ਹੈ ਉਹਦੇ ਤੇ ਅਸਰ ਪੈਂਦਾ ਹੈ। ਬਿਲਕੁਲ। ਸੋ ਉਹ ਘਰ ਦੇ ਹਾਲਾਤ ਦੇ ਨਾਲ ਈਵਨ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਐਕਸ ਜਨਰੇਸ਼ਨ ਹੈਗੀ ਹੈ, ਹੁਣ ਜਨਰੇਸ਼ਨ ਐਕਸ ਹੈ ਜਿਹੜੀ, ਉਹਨਾਂ ਨੇ ਬਹੁਤ ਮਾੜਾ ਟਾਈਮ ਦੇਖਿਆ ਹੋਇਆ ਹੈਗਾ। ਉਹ ਪਹਿਲੀ ਜਨਰੇਸ਼ਨ ਇੱਥੇ ਆਈ, ਇੱਥੇ ਆ ਕੇ ਉਹਨੇ ਮਿਹਨਤਾਂ ਕੀਤੀਆਂ, ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ। ਲੇਕਿਨ ਜਦ ਅੱਜ ਦੀ ਡੇਟ ਵਿੱਚ ਆ ਕੇ ਜਿਹੜੀ ਉਹਨਾਂ ਨੂੰ ਵੈਲਿਊ, ਉਹਨਾਂ ਨੂੰ ਉਸ ਚੀਜ਼ ਦੀ ਕ੍ਰੈਡਿਟ ਨਹੀਂ ਮਿਲਦਾ ਹੈਗਾ, ਤਾਂ ਉਹਨੂੰ ਬੜਾ ਮਹਿਸੂਸ ਹੁੰਦਾ ਕਿ ਜਿਹੜੀ ਚੀਜ਼ ਵਾਸਤੇ ਮੈਂ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ, ਸਾਰੀ ਆਪਣੇ 24 ਘੰਟਿਆਂ 'ਚੋਂ 18 ਘੰਟੇ ਮੈਂ ਕੰਮ ਕੀਤਾ ਹੈਗਾ, ਮੈਂ ਸਹੀ ਤਰ੍ਹਾਂ ਆਪਣੀ ਲਾਈਫ ਨੂੰ ਖੁਦ ਕੁਛ ਨਹੀਂ ਆਪਣੇ ਲਈ ਨਹੀਂ ਕੀਤਾ, ਸਭ ਲਈ ਬਾਕੀਆਂ ਲਈ ਕੀਤਾ, ਲੇਕਿਨ ਜਦ ਉਹਨੂੰ ਉਸ ਚੀਜ਼ ਦਾ ਕ੍ਰੈਡਿਟ ਨਹੀਂ ਮਿਲਦਾ ਹੈਗਾ ਤਾਂ ਦੈਨ ਦੇ ਗੈਟ ਕਨਫਿਊਜ਼ ਕਿ ਮੈਂ ਸਹੀ ਕੀਤਾ ਕਿ ਮੈਂ ਗਲਤ ਕੀਤਾ ਹੈ। ਜਿਵੇਂ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਅੱਜ ਤੋਂ 20 ਸਾਲ ਜਾਂ 25 ਸਾਲ ਪਹਿਲਾਂ ਇੱਥੇ ਆਏ ਤਾਂ ਅੱਜ ਦੀ ਡੇਟ ਵਿੱਚ ਅੱਜ ਉਹ ਇਹ ਦੁਚਿੱਤੀ 'ਚ ਨੇ
ਕਿ ਮੇਰਾ ਇਹ ਡਿਸੀਜਨ ਇੱਥੇ ਆਉਣ ਦਾ ਕੀ ਸਹੀ ਸੀ ਜਾਂ ਗਲਤ ਸੀ। ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਉਹ ਸਹੀ ਸੀ ਗਲਤ ਸੀ, ਉਹ ਆਪਣੇ ਹਿਸਾਬ ਨਾਲ ਬਿਲਕੁਲ ਸਹੀ ਹੋ ਕੇ ਆਏ ਸੀ। ਉਹਨੇ ਆਪਣਾ ਫਿਊਚਰ ਬ੍ਰਾਈਟ ਦੇਖਿਆ, ਆਪਣੇ ਬੱਚਿਆਂ ਦਾ ਫਿਊਚਰ ਬ੍ਰਾਈਟ ਦੇਖਿਆ ਹੈਗਾ। ਲੇਕਿਨ ਹਾਲਾਤ ਹੀ ਇਸ ਤਰ੍ਹਾਂ ਦੇ ਚੇਂਜ ਹੋ ਗਏ ਨੇ ਪਿਛਲੇ 10 ਸਾਲਾਂ 'ਚ। ਇੰਟਰਨੈਟ ਨੇ ਜਿਹੜਾ ਰੈਵੋਲੂਸ਼ਨ ਲਿਆਂਦਾ ਹੈਗਾ, ਉਹ ਰੈਵੋਲੂਸ਼ਨ ਦੇ ਵਿੱਚ ਸਾਰੀ ਦੁਨੀਆ, ਹਰ ਕੰਟਰੀ, ਜਿਹੜਾ ਚਾਹੇ ਉਹ ਡਿਵੈਲਪਡ ਹੈ, ਚਾਹੇ ਉਹ ਅੰਡਰ ਡਿਵੈਲਪਡ ਹੈ, ਚਾਹੇ ਥਰਡ ਵਰਲਡ ਹੈ, ਉਹ ਸਾਰੇ ਉਸ ਵਿੱਚ ਜਿਹੜਾ ਹੈ ਉਹਨੂੰ ਲਪੇਟ ਲਿਆ ਉਸ ਚੀਜ਼ ਨੂੰ। ਇੱਥੇ ਮੈਂ ਹਰਕੀਰਤ ਜੀ ਇੱਕ ਹੋਰ ਗੱਲ ਨਾਲ ਜੋੜਨੀ ਚਾਹੁੰਦਾ, ਇਹ ਵੀ ਇੱਕ ਵੱਡੀ ਕਨਫਿਊਜ਼ਨ ਹੈ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਅੱਜ ਤੋਂ 25 30 40 ਸਾਲ ਪਹਿਲਾਂ ਇੱਥੇ ਲੋਕ ਆਏ ਨੇ, ਸੋ ਉਹ ਇੱਥੇ ਬਿਹਤਰ ਜ਼ਿੰਦਗੀ ਦੇ ਲਈ ਆਏ ਸੀਗੇ, ਪਰ ਉਹਨਾਂ ਨੇ ਆਉਣ ਤੋਂ ਪਹਿਲਾਂ ਜਾਂ ਇੱਥੇ ਆ ਕੇ ਇਹ ਨਹੀਂ ਸੀ ਸੋਚਿਆ ਵੀ ਜੋ ਸਾਡੀ ਗਾਂਹ ਜਨਰੇਸ਼ਨ ਹੋਵੇਗੀ ਉਹ ਟੋਟਲੀ ਡਿਫਰੈਂਟ ਹੋਣੀ ਆ, ਕਿਉਂਕਿ ਸੋਰਸ ਆਫ ਇਨਫੋਰਮੇਸ਼ਨ ਇੰਨੀ ਹੋ ਜਾਣੀ ਆ ਤੇ ਸਮਾਜ ਦੇ ਵਿੱਚ ਚੇਂਜਸ ਇੰਨੀਆਂ ਆ ਜਾਣੀਆਂ ਨੇ ਕਿ ਉਹਨਾਂ ਨੂੰ ਇਹਦੀ ਸਮਝ ਨਹੀਂ ਸੀ। ਹੁਣ ਦੇਖੋ, ਜੇ ਹੁਣ ਆਪਣੇ ਸਮੇਂ ਤੇ ਇਹ ਹੁੰਦਾ ਸੀਗਾ, ਜ਼ਾਤ ਪਾਤ ਕਿੰਨੀ ਹੁੰਦੀ ਸੀਗੀ, ਰੰਗ ਭੇਦ, ਨਸਲ, ਪਿੰਡ, ਸ਼ਹਿਰ, ਤੇ ਵੀ ਹੁਣ ਜੇ ਵਿਆਹਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਇਹ ਹੁੰਦਾ ਵੀ ਅਸੀਂ ਆਪਣੀ ਉਹਦੇ ਵਿੱਚ ਹੀ ਵਿਆਹ ਕਰਨਾ ਹੈ, ਆਪਣੀ ਜ਼ਾਤ ਦੇ ਵਿੱਚ ਹੀ ਜਾਂ ਆਪਣੀ ਜਿਹੜੇ ਭਾਈਚਾਰੇ ਦੇ ਵਿੱਚ ਹੀ। ਪਰ ਹੁਣ ਜਿਹੜੀ ਇੱਥੇ ਦੀ ਜਨਰੇਸ਼ਨ ਹੈ, ਉਹਨਾਂ ਦੇ ਲਈ ਰੰਗ ਭੇਦ, ਨਸਲ ਕੋਈ ਮਾਇਨੇ ਨਹੀਂ ਰੱਖਦੀ। ਉਹ ਕਹਿੰਦੇ ਸਾਰੇ ਇੱਕੋ ਹੀ ਆ, ਅਸੀਂ ਕਿਸੇ ਨਾਲ ਵੀ ਅਸੀਂ ਆਪਣਾ ਰਿਲੇਸ਼ਨ ਬਣਾ ਸਕਦੇ ਹਾਂ। ਬਿਲਕੁਲ। ਦੇਖੋ ਸਿਮਰਤ ਜੀ, ਗੱਲ ਇਹ ਹੈ ਕਿ ਇਹ ਜਿਹੜੀ ਸਾਰੀ ਸਿਚੁਏਸ਼ਨ ਹੈਗੀ ਹੈ, ਇਹ ਇੱਕਦਮ ਜ਼ਿਆਦਾ ਜੇ ਕੋਈ ਵੀ ਚੀਜ਼ ਗ੍ਰੈਜੂਅਲੀ ਆਏਗੀ ਤਾਂ ਜਿਹੜੀਆਂ ਖਾਸ ਕਰ ਡਿਵੈਲਪ ਕੰਟਰੀ ਨੇ, ਉਹ ਆਪਣੀ ਪਬਲਿਕ ਨੂੰ, ਆਪਣੇ ਸਿਟੀਜ਼ਨਸ ਨੂੰ ਉਹ ਐਡੂਕੇਟ ਕਰਦੀਆਂ ਨੇ ਕਿ ਤੁਸੀਂ ਇਸ ਨੂੰ ਕੋਪ ਅਪ ਕਿੱਦਾਂ ਕਰਨਾ, ਇਹਦੇ ਨਾਲ ਕਿੱਦਾਂ ਚੱਲਣਾ ਹੈ। ਲੇਕਿਨ ਜਦ ਤੁਹਾਨੂੰ ਉਹ ਇਨਫੋਰਮੇਸ਼ਨ ਇੰਨੀ ਜ਼ਿਆਦਾ ਇੱਕਦਮ ਮਿਲ ਜਾਂਦੀ ਹੈਗੀ ਹੈ, ਜੇ ਆਮ ਜਨਤਾ ਨੂੰ, ਆਮ ਸਮਾਜ ਦੇ ਵਿੱਚ ਚੇਂਜਸ ਬਹੁਤ ਤੇਜ਼ੀ ਨਾਲ ਆਉਂਦੀਆਂ ਨੇ, ਤਾਂ ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਢਾਲ ਨਹੀਂ ਸਕਦੇ। ਸੋ ਪਹਿਲਾਂ ਜ਼ਮਾਨੇ ਵਿੱਚ ਕੀ ਹੁੰਦਾ ਸੀ ਕਿ ਉਹ ਜਿਹੜੀ ਚੇਂਜਸ ਆਉਂਦੀਆਂ ਉਹ ਗ੍ਰੈਜੂਅਲੀ ਆਉਂਦੀਆਂ ਸੀ, ਹੌਲੀ 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 ਆਉਂਦਾ ਸੀ, ਔਰ ਇੱਕ ਜਨਰੇਸ਼ਨ ਨੂੰ ਦੂਜੀ ਜਨਰੇਸ਼ਨ ਤੱਕ ਪਹੁੰਚਣ ਨੂੰ ਵੀ ਉਹ ਚੀਜ਼ ਦਾ ਟਾਈਮ ਲੱਗਦਾ ਸੀ, ਔਰ ਇੱਕ ਆਮ ਬੰਦੇ ਨੂੰ ਜਿਹੜਾ ਉਹ ਸਮਝਣ ਨੂੰ ਉਸ ਚੀਜ਼ ਦੇ ਨਾਲ ਵਿੱਚ ਜਸਟ ਟੂ ਇਨਫੋਰਮੇਸ਼ਨ ਨੂੰ ਕੰਜ਼ਿਊਮ ਕਰਨ ਨੂੰ ਟਾਈਮ ਹੁੰਦਾ ਸੀ, ਔਰ ਉਹ ਹੌਲੀ 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 ਉਸ ਚੀਜ਼ ਦੇ ਵਿੱਚ ਢਲ ਜਾਂਦੇ ਸੀ। ਲੇਕਿਨ ਪਿਛਲੇ 10 ਸਾਲਾਂ ਵਿੱਚ ਜੋ ਸਾਰਾ ਕੁਝ ਚੇਂਜਸ ਆਈਆਂ ਨੇ, ਉਹ ਇੰਨੀਆਂ ਡਰੈਸਟਿਕ ਨੇ ਕਿ ਅਸੀਂ ਉਸ ਚੀਜ਼ ਨੂੰ ਰੈਡੀ ਨਹੀਂ ਹੈਗੇ। ਨਾ ਹੀ ਬਜ਼ੁਰਗ ਰੈਡੀ ਨੇ, ਨਾ ਹੀ ਜਿਹੜੀ ਜਨਰੇਸ਼ਨ ਐਕਸ ਰੈਡੀ ਹੈ, ਤੇ ਨਾ ਹੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਰੈਡੀ ਹੈ। ਸੋ ਇਹਦੇ ਵਾਸਤੇ ਸਾਨੂੰ ਬੇਸਿਕ ਚੀਜ਼ ਹੈ ਕਿ ਸਾਨੂੰ ਸਰਕਾਰਾਂ ਨੂੰ ਇਹ ਚੀਜ਼ ਚਾਹੀਦੀ ਹੈ ਕਿ ਖਾਸ ਕਰਕੇ ਜਿਹੜੇ ਮੈਂਟਲ ਹੈਲਥ ਦੇ ਪ੍ਰੋਬਲਮ ਹੈਗੀਆਂ ਨੇ, ਜਿਹੜੀਆਂ ਮੈਂਟਲ ਹੈਲਥ ਹੈ, ਉਹ ਸਭ ਤੋਂ ਇੰਪੋਰਟੈਂਟ ਇਸ 'ਤੇ ਮੁੱਦਾ ਹੋਣਾ ਚਾਹੀਦਾ ਹੈ। ਮੈਂ ਕੱਲ੍ਹ ਹੀ ਇੱਕ ਆਰਟੀਕਲ ਪੜ੍ਹ ਰਿਹਾ ਸੀ ਜਿਹਦੇ ਵਿੱਚ ਇੱਕ ਕੁਝ ਪਤਵੰਤੇ ਸੱਜਣ ਨੇ ਜਿਹੜੇ UK ਤੋਂ US ਆਏ ਸੀ, ਉਹ 20 ਸਾਲ ਉੱਥੇ ਰਹੇ, 25 ਸਾਲ ਹੋਏ ਰਹੇ ਉੱਥੇ, ਉਹ ਵਾਪਸ UK ਜਾ ਰਹੇ ਨੇ ਛੱਡ ਕੇ US ਨੂੰ, ਕਿਉਂਕਿ ਉਹ ਕਹਿੰਦੇ ਇੱਥੇ ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਅਸੀਂ ਕਿਸ ਹਾਲਾਤ 'ਚ ਕਿਵੇਂ ਰਹਿ ਰਹੇ ਹੈਗੇ ਆ। ਇੰਨੀਆਂ ਸ਼ੂਟਿੰਗਸ ਹੋ ਰਹੀਆਂ ਨੇ, ਕੋਈ ਨਹੀਂ ਪਤਾ ਲੱਗਦਾ ਹੈਗਾ ਕਿ ਖਾਸ ਕਰਕੇ ਸਕੂਲਸ ਦੇ ਵਿੱਚ ਸ਼ੂਟਿੰਗ ਹੋਈਆਂ ਨੇ, ਮਾਲ ਵਿੱਚ ਸ਼ੂਟਿੰਗ ਹੋ ਰਹੀਆਂ ਨੇ। ਔਰ ਅੱਜ ਦੇਖੋ ਜੋ ਤੁਸੀਂ ਹਾਲਾਤ ਹੈਗੇ ਨੇ ਵੈਂਕੂਵਰ ਦੇ ਵਿੱਚ, ਜਾਂ ਆਪਾਂ ਇੱਥੇ ਵੀ ਹੁਣ ਹੌਲੀ ਹੌਲੀ ਹਾਲਾਤ ਜਿਹੜੇ ਗੈਂਗਬਾਜ਼ੀ ਹੋ ਰਹੀ ਹੈ, ਜਿਹੜੇ ਲੋਕ ਆਪਣੇ ਗੁੱਟ ਬਣਾ ਰਹੇ ਨੇ, ਹੋਰ ਇੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਤਾਜ਼ੀਆਂ ਘਟਨਾ ਆਪਾਂ ਆਲੇ ਦੁਆਲੇ ਆਪਾਂ ਦੇਖਦੇ ਹਾਂ ਹਰ ਦੂਸਰੇ ਤੀਸਰੇ ਦਿਨ। ਜੇ ਖਾਸ ਕਰਕੇ ਪਾਰਟੀਕੂਲਰ ਆਪਾਂ ਬਰੈਂਪਟਨ ਦੀ ਗੱਲ ਕਰੀਏ, ਜਿੱਥੇ ਆਪਣਾ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਹੈ, ਸੋ ਆਮ ਹੀ ਆਪਾਂ ਨੂੰ ਹੁਣ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਨੇ ਵੀ ਦੋ ਗੁੱਟਾਂ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ, ਨੌਜਵਾਨ ਇੱਕ ਦੂਜੇ ਦੇ ਨਾਲ ਲੜ ਰਹੇ ਨੇ, ਗਾਲੋ ਗਾਲੀ ਹੋ ਰਹੇ ਨੇ, ਕਿਰਪਾਨੀ ਹੋ ਰਹੇ ਨੇ। ਇਹ ਕੈਨੇਡਾ ਦੇ ਹਾਲਾਤ ਇਸ ਤਰ੍ਹਾਂ ਦੇ ਪਹਿਲਾਂ ਕਦੀ ਵੀ ਨਹੀਂ ਸੀ। ਉਹ ਇਸ ਕਰਕੇ ਕਿਉਂਕਿ ਉਹਨਾਂ ਦੀ એનર્ਜੀ ਹੈ, ਜਿਹੜੀ ਸਾਡੀ ਯੂਥ ਦੀ એનર્ਜੀ ਹੈ, ਉਹਨੂੰ ਚੈਨਲਾਈਜ਼ ਕਰਨਾ ਬਹੁਤ ਇੰਪੋਰਟੈਂਟ ਹੈ, ਉਹਨੂੰ ਸਹੀ ਡਾਇਰੈਕਸ਼ਨ ਦੇਣੀ ਬਹੁਤ ਇੰਪੋਰਟੈਂਟ ਹੈਗੀ ਹੈ। ਸੋ ਸਰਕਾਰ ਦਾ ਇਹ ਫਰਜ਼ ਬਣਦਾ ਕਿ ਜਿਹੜੀ એનર્ਜੀ ਨਵੀਂ ਆ ਰਹੀ ਹੈਗੀ ਹੈ, ਜਿਹੜੇ ਨਵੇਂ ਕੋਈ ਵੀ ਜਿਹੜਾ ਯੰਗਸਟਰ ਹੈ, ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕੀਤਾ ਜਾਵੇ। ਹਰਕੀਰਤ ਜੀ, ਗੱਲ ਫਿਰ ਉੱਥੇ ਆ ਜਾਂਦੀ ਹੈ ਵੀ ਸਰਕਾਰ ਵੀ ਅੱਜ ਕੱਲ੍ਹ ਕਨਫਿਊਜ਼ ਲੱਗਦੀ ਹੈ ਵੀ ਕੀ ਜੋ ਸਾਡੇ ਹੁਣ ਦੇ ਪਲਾਨ ਨੇ ਉਹ ਠੀਕ ਨੇ ਜਾਂ ਇਹਨਾਂ ਦੇ ਵਿੱਚ ਕੋਈ ਤਬਦੀਲੀ ਦੀ ਲੋੜ ਹੈ। ਬਿਲਕੁਲ, ਖੈਰ ਉਹ ਤਾਂ ਹੈ ਹੀ ਨੇ, ਕਿਉਂਕਿ ਉਹਨਾਂ ਨੂੰ ਵਾਸਤੇ ਵੀ ਚੀਜ਼ਾਂ, ਕਈ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸੀ। ਜਿਵੇਂ ਕੋਵਿਡ ਸਭ ਵਾਸਤੇ ਨਵਾਂ ਸੀ, ਉਹਦੇ ਹਾਲਾਤ ਸਭ ਵਾਸਤੇ ਨਵੇਂ ਸੀ। ਹੁਣ ਜਿਹੜੇ ਆਈਸੋਲੇਸ਼ਨ 'ਚ ਲੋਕ ਗਏ ਨੇ, ਉਹਦੇ ਵਾਸਤੇ ਉਹ ਚੀਜ਼ਾਂ ਹਰ ਚੀਜ਼ ਵਾਸਤੇ ਨਵੀਆਂ ਸੀ, ਕਿਉਂਕਿ ਹਰ ਬੰਦੇ ਵਾਸਤੇ, ਚਾਹੇ ਉਹ ਵੀ ਤਾਂ ਇੱਕ ਆਮ ਇਨਸਾਨ ਨੇ ਜਿਹੜੇ ਲੀਡਰ ਹੈ ਨੇ, ਪਰ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਠੀਕ ਹੈ, ਪਰ ਜਦ ਉਹਨਾਂ ਦੇ ਪਰਸਨਲ ਪ੍ਰੋਬਲਮਸ ਦੇਖੀਏ, ਆਮ ਜ਼ਿੰਦਗੀ ਦੀਆਂ ਪ੍ਰੋਬਲਮਸ, ਉਹ ਵੀ ਤਾਂ ਸਾਰੀਆਂ ਚੀਜ਼ਾਂ ਫੇਸ ਕਰਦੇ ਹੈਗੇ ਨੇ। ਸੋ ਉਹਨਾਂ ਦੇ ਹਿਸਾਬ ਨਾਲ ਹੀ ਉਹ ਆਪਣੇ ਡਿਸੀਜ਼ਨਸ ਲੈਂਦੇ ਨੇ।
ਸੋ ਇਹ ਚੀਜ਼ਾਂ ਬਿਲਕੁਲ ਸਹੀ ਨੇ ਤੁਹਾਡੀਆਂ ਗੱਲ ਕਿ ਠੀਕ ਹੈ, ਲੇਕਿਨ ਫਿਰ ਵੀ ਜੇ ਆਪਾਂ ਕਿਸੇ ਨੂੰ ਬਿਠਾਇਆ ਉੱਥੇ ਤਾਂ ਉਹਦੇ ਵਾਸਤੇ ਸਪੈਸ਼ਲ ਕਮੇਟੀਜ਼ ਬਣਾਉਣੀਆਂ ਚਾਹੀਦੀਆਂ ਨੇ ਕਿ ਜਿਹੜੀ ਇਹ ਹਾਲਾਤ ਹੋ ਰਹੇ ਨੇ, ਜਿਹੜੇ ਯੂਥ ਹੈ ਉਹਦੀ એનર્ਜੀ ਜਿਹੜੀ ਪੋਜ਼ਿਟਿਵ ਕਿੱਦਾਂ ਕਰੇ, ਉਹਨਾਂ ਨੂੰ ਜਿਹੜਾ ਇੱਕ ਸਹੀ ਤਰੀਕੇ ਨਾਲ ਉਹਨਾਂ ਦਾ ਜਿਹੜਾ ਟਾਈਮ ਹੈ, ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਕਲੈਕਟ ਕੀਤੀ ਜਾਵੇ ਔਰ ਉਹਨਾਂ ਨੂੰ ਦੱਸਿਆ ਜਾਵੇ ਕਿ ਕਿਹੜੀ ਚੀਜ਼ ਗਲਤ ਹੈ, ਉਹਨਾਂ ਵਾਸਤੇ ਸਪੈਸ਼ਲ ਕਲਾਸਿਸ ਹੋਣ। ਕੋਈ ਇਦਾਂ ਦੀ ਚੀਜ਼ ਜ਼ਰੂਰ ਫਾਰਮੈਟ ਹੋਣੀ ਚਾਹੀਦੀ ਹੈਗੀ ਹੈ ਤਾਂ ਕਿ ਜਿੰਨਾ ਇਮੀਗ੍ਰੇਸ਼ਨ ਦਾ ਇਨਫਲੋ ਹੋ ਰਿਹਾ ਜਾਂ ਜਿਹੜੇ ਇੱਥੇ ਦੇ ਬੱਚੇ ਵੀ ਹੈ ਨੇ, ਜਿਹੜਾ ਕੋਈ ਵੀ ਯੂਥ, ਮੈਂ ਇਹ ਨਹੀਂ ਕਹਿ ਰਿਹਾ ਕਿ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ ਹੈਗਾ, ਕੋਈ ਵੀ ਯੂਥ ਹੈ ਉਹਨੂੰ ਅਸੀਂ ਪੋਜ਼ਿਟਿਵ ਵਾਲੇ ਪਾਸੇ ਕਿੱਦਾਂ ਲੈ ਕੇ ਜਾਣਾ, ਉਹਨੂੰ ਇਹ ਦੱਸਣਾ ਬਹੁਤ ਇੰਪੋਰਟੈਂਟ ਹੈ ਕਿ ਆਹ ਚੀਜ਼ ਤੁਹਾਡੇ ਵਾਸਤੇ ਸਹੀ ਹੈ, ਤੁਹਾਡੇ ਕੰਟਰੀ ਵਾਸਤੇ ਸਹੀ ਹੈ, ਤੁਹਾਡੇ ਪਰਿਵਾਰ ਵਾਸਤੇ ਸਹੀ ਹੈ, ਤੁਹਾਡੀ ਕਮਿਊਨਿਟੀ ਵਾਸਤੇ ਸਹੀ ਹੈ, ਤੇ ਆਹ ਚੀਜ਼ ਉਹ ਗਲਤ ਹੈ। ਕਿਉਂਕਿ ਜਿਹੜਾ ਹਿਊਮਨ ਮਾਈਂਡ ਹੈ ਨਾ ਸਰ, ਉਹ ਜਿਹੜੀ ਰੋਂਗ ਇਨਫੋਰਮੇਸ਼ਨ ਹੈ ਉਹਨੂੰ 6 ਗੁਣਾ ਵੱਧ ਜ਼ਿਆਦਾ ਐਕਸੈਪਟ ਕਰਦਾ ਹੈ ਤੇ ਉਹਨੂੰ ਸਹੀ, ਹੁਣ ਉਹਨੂੰ ਇਹ ਨਹੀਂ ਪਤਾ ਕਿ ਕਿਹੜੀ ਰੋਂਗ ਹੈ ਤੇ ਕਿਹੜੀ ਰਾਈਟ ਹੈ। ਜਦ ਉਹਨੂੰ ਬੇਸਿਕ ਚੀਜ਼ ਨਹੀਂ ਪਤਾ ਹੋਏਗੀ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਗਲਤ ਹੈ, ਉਹਨੇ ਤਾਂ ਫਿਰ ਗਲਤ ਪਾਸੇ ਹੀ ਜਾਣਾ ਹੈ। ਹੁਣ ਆਪਾਂ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ, ਹੁਣ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਹੁੰਦੀ ਹੈ, ਇਹ ਹੁਣ ਹੋਰ ਅੱਗ ਦੇ ਵਿੱਚ ਘਿਓਲਾ ਕੰਮ ਹੋ ਗਿਆ। ਹੁਣ ਲੋਕ ਇਸ ਤੋਂ ਵੀ ਕਾਫੀ ਕਨਫਿਊਜ਼ ਨੇ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਹਾਲਾਤ ਇਹਦੇ ਨਾਲ ਹੋਣਗੇ। ਬਿਲਕੁਲ, ਦੇਖੋ ਇਹ ਤਾਂ ਹਜੇ ਬਹੁਤ ਵਿਦਹੋਲਡ ਕਰ ਰੱਖੀ ਹੈਗੀ ਹੈ ਔਰ ਮੈਂ ਸਭ ਤੋਂ ਹੈਰਾਨ ਹੁੰਦਾ ਕਿ ਹਜੇ ਸਾਡੀ ਜਿਹੜੀ ਜਨਰੇਸ਼ਨ, ਆਈ ਮੀਨ ਟੂ ਸੇ ਜਿਹੜੀ ਸਾਡੇ ਕੰਟਰੀ ਦੀ ਬੈਕ ਹੋਮ ਦੀ ਜਨਰੇਸ਼ਨ ਹੈਗੀ ਹੈ, ਉਹ ਇਸ ਵਾਸਤੇ ਬਿਲਕੁਲ ਧਿਆਨ ਨਹੀਂ ਦੇਣਾ ਚਾਹੁੰਦੀ ਹੈਗੀ ਹੈ, ਦੇ ਨਹੀਂ ਰਹੀ ਹੈਗੀ ਹੈ। ਜਦ ਕਿ ਜਿਹੜੇ ਬਾਕੀ ਨੇ, ਈਵਨ ਚਾਈਨੀਜ਼ ਸਟੂਡੈਂਟ ਮੈਂ ਦੇਖਦਾ ਹੈਗਾ, ਹੋਰ ਜਿਹੜੇ ਈਵਨ ਲੋਕਲ ਸਟੂਡੈਂਟਸ ਮੈਂ ਦੇਖਦਾ ਹੈਗਾ, ਦੇ ਆਰ ਵੈਰੀ ਮਚ ਅਪਡੇਟ ਅਬਾਊਟ ਦ AIs, ਅਬਾਊਟ ਦ ਟੈਕਨੋਲੋਜੀ। ਪਰ ਸਾਡੇ ਥਰਡ ਵਰਲਡ ਦੇ ਜਿਹੜੇ ਸਟੂਡੈਂਟਸ ਹੈਗੇ ਨੇ, ਉਹਨਾਂ ਨੂੰ ਇਸ ਚੀਜ਼ ਬਾਰੇ ਉਨੀ ਨੌਲੇਜ ਨਹੀਂ ਹੈ ਜਿਹੜੀ ਕਿ ਸਾਡਾ ਫਰਜ਼ ਬਣਦਾ ਦੇਣਾ ਉਸ ਚੀਜ਼ ਬਾਰੇ। ਬਿਲਕੁਲ। ਸੋ ਇਹ ਸਾਰਾ ਜਿਹੜਾ ਮੈਂਟਲ ਹੈਲਥ ਦੇ ਉੱਪਰ ਆ ਜਾਂਦਾ ਹੈਗਾ, ਸਰਕਾਰ ਦੀਆਂ ਪਾਲਿਸੀਜ਼ ਦੇ ਉੱਪਰ ਆ ਜਾਂਦਾ ਹੈਗਾ। ਜੇ ਸਰਕਾਰ ਨੇ ਅੱਜ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਤਾਂ ਅੱਜ ਤੋਂ 5 ਸਾਲ ਬਾਅਦ ਇਹ ਜਿਹੜੇ ਕੌਨਸੀਕੁਐਂਸਿਸ ਹੋਣਗੇ ਅਮਰੀਕਾ ਵਾਂਗੂ, ਜੇ ਇੱਥੇ ਵੀ ਉਹ ਚੀਜ਼ਾਂ ਹੁੰਦੀਆਂ ਨੇ ਜਾਂ ਬਾਕੀ ਚੀਜ਼ਾਂ ਹੁੰਦੀਆਂ ਨੇ, ਤਾਂ ਮੈਨੂੰ ਫਿਰ ਆਪਾਂ ਉਹਨੂੰ ਯਾਦ ਬਾਰ-ਬਾਰ ਦਿਲਾਉਣਾ ਰਹਿਣਾ ਚਾਹੀਦਾ ਹੈਗਾ। ਲੇਕਿਨ ਅੱਜ ਜੇ ਆਪਾਂ ਯਾਦ ਦਿਲਾਵਾਂਗੇ, ਜੇ ਕੋਈ ਸੁਣ ਰਿਹਾ ਹੈਗਾ, ਸਰਕਾਰ ਵੀ ਸੁਣ ਰਹੀ ਹੈਗੀ ਆ, ਤਾਂ ਜ਼ਰੂਰ ਇਸ ਚੀਜ਼ ਵਿੱਚ ਕੁਝ ਕਰਨਾ ਚਾਹੀਦਾ ਹੈ। ਬਿਲਕੁਲ ਹਰਕਿਰਤ ਜੀ, ਅੱਜ ਦੀ ਚਰਚਾ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ, ਇਸ ਤੇ ਸੰਬੰਧੀ ਆਪਣੇ ਜਿਹੜੇ ਵਿਚਾਰ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਸਕਦੇ ਹੋ। ਸਾਡੇ ਫੋਨ ਨੰਬਰ ਤੇ ਵੀ ਤੁਸੀਂ ਕਾਲ ਕਰਕੇ ਗੱਲ ਕਰ ਸਕਦੇ ਹੋ ਜਾਂ ਤੁਹਾਨੂੰ ਈਮੇਲ ਦੇ ਜ਼ਰੀਏ ਵੀ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਸਟਾਰ ਟਾਕ ਦਾ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।